Hello student, today our topic is types of conductors used for transmission lines। ਹੁਣ ਤੱਕ ਆਪਾਂ ਪੜ੍ਹਿਆ ਕਿ ਟਰਾਂਸਮਿਸ਼ਨ ਲਾਈਨ ਦੇ ਵਿੱਚ ਆਪਾਂ ਕਿਹੜੇ ਕੰਪੋਨੈਂਟਸ ਯੂਜ਼ ਕਰਦੇ ਹਾਂ। ਉਹਦੇ ਵਿੱਚ ਆਪਾਂ ਮੇਨ ਕੰਪੋਨੈਂਟਸ ਜਿੱਦਾਂ ਕਿ ਸਪੋਰਟਸ, ਉਹਦੇ 'ਚ ਆਪਾਂ ਟਾਵਰਸ, ਸਟੀਲ ਪੋਲਸ, RCC ਪੋਲਸ ਤੇ ਵੁਡਨ ਪੋਲਸ ਪੜ੍ਹੇ ਸੀਗੇ। ਉਸ ਤੋਂ ਬਾਅਦ ਉਹਨਾਂ ਟਾਵਰਸ ਦੇ ਨਾਲ ਆਪਾਂ ਇੰਸੂਲੇਟਰ ਫਿੱਟ ਕਰਦੇ ਹਾਂ ਤਾਂ ਕਿ ਜਿਹੜਾ ਸਾਡਾ ਕੰਡਕਟਰ ਆ ਉਹ ਟਾਵਰ ਦੇ ਨਾਲੋਂ ਆਈਸੋਲੇਟ ਰਵੇ। ਉਹਦੇ ਲਈ ਆਪਾਂ ਕੰਡਕਟਰਸ ਪੜ੍ਹੇ ਸੀ, ਪਿਨ ਟਾਈਪ, ਸਸਪੈਂਸ਼ਨ ਟਾਈਪ, ਸਟ੍ਰੇਨ ਟਾਈਪ, ਸ਼ੈਕਲ ਤੇ ਸਟੇ ਟਾਈਪ ਇੰਸੂਲੇਟਰਸ। ਉਹਨਾਂ ਇੰਸੂਲੇਟਰਸ ਤੋਂ ਬਾਅਦ ਹੁਣ ਆਪਾਂ ਮੇਨ ਜਿਹੜਾ ਕੰਪੋਨੈਂਟ ਹੈ ਦੈਟ ਇਜ਼ ਅ ਕੰਡਕਟਰ, ਉਹ ਆਪਾਂ ਅੱਜ ਡਿਸਕਸ ਕਰਨਾ ਹੈਗਾ ਇਸ ਟੌਪਿਕ ਦੇ ਵਿੱਚ। ਹੁਣ ਦੇਖੋ ਕੀ ਕਹਿ ਰਿਹਾ, ਕਹਿੰਦੇ ਵਾਟ ਇਜ਼ ਕੰਡਕਟਰ। ਕੰਡਕਟਰ ਐਕਚੁਅਲ 'ਚ ਹੈ ਕੀ ਹੈ, ਇਹ ਮੇਨ ਕੰਪੋਨੈਂਟ ਹੈਗਾ ਆਪਣੇ ਟਰਾਂਸਮਿਸ਼ਨ ਜਾਂ ਡਿਸਟ੍ਰੀਬਿਊਸ਼ਨ ਦਾ ਜਾਂ ਇਲੈਕਟ੍ਰੀਕਲ ਸਿਸਟਮ ਦਾ ਮੇਨ ਕੰਪੋਨੈਂਟ ਹੈ। ਕਿਉਂਕਿ ਜਿੰਨੀ ਵੀ ਪਾਵਰ ਆਪਾਂ ਟਰਾਂਸਫਰ ਕਰਨੀ ਹੈਗੀ ਆ ਇੱਕ ਸਬ ਸਟੇਸ਼ਨ ਤੋਂ ਦੂਜੇ ਸਬ ਸਟੇਸ਼ਨ ਤੱਕ ਜਾਂ ਇੱਕ ਪਾਵਰ ਹਾਊਸ ਤੋਂ ਦੂਸਰੇ ਸਬ ਸਟੇਸ਼ਨ ਤੱਕ, ਇਹ ਸਾਰੀ ਪਾਵਰ ਜਿਹੜੀ ਹੈ ਥਰੂ ਕੰਡਕਟਰਸ ਹੀ ਸ਼ਿਫਟ ਹੁੰਦੀ ਹੈਗੀ ਆ। ਬਟ ਇਹਨਾਂ ਕੰਡਕਟਰਸ ਨੂੰ ਆਪਾਂ ਫਿਕਸ ਕਿੱਦਾਂ ਕਰਨਾ ਉਹਦੇ ਲਈ ਆਪਾਂ ਪੜ੍ਹ ਲਿਆ। ਅੱਜ ਕੰਡਕਟਰਸ ਜਿਹੜੇ ਆ ਕਿਹੜੇ ਆਪਣੇ ਲਈ ਸੂਟੇਬਲ ਹੈਗੇ ਆ ਉਹ ਆਪਾਂ ਇੱਥੇ ਡਿਸਕਸ ਕਰਦੇ ਹਾਂ। ਦੇਖੋ ਕਹਿੰਦਾ ਇਹ ਕੰਡਕਟਰ ਇਜ਼ ਵਨ ਆਫ ਦਾ ਮੋਸਟ ਇੰਪੋਰਟੈਂਟ ਕੰਪੋਨੈਂਟਸ ਆਫ ਓਵਰਹੈਡ ਲਾਈਨਸ। ਮਤਲਬ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਹੈਗਾ ਓਵਰਹੈਡ ਲਾਈਨ ਦਾ ਇਹ। ਕਹਿੰਦਾ ਸਿਲੈਕਟਿੰਗ ਏ ਪ੍ਰੋਪਰ ਟਾਈਪ ਆਫ ਕੰਡਕਟਰ ਫॉर ਓਵਰਹੈਡ ਲਾਈਨਸ is as important as selecting economic conductor size and economic transmission voltage। ਕਹਿੰਦਾ ਵੀ ਕੰਡਕਟਰ ਦਾ ਮਟੀਰੀਅਲ ਜਾਂ ਕੰਡਕਟਰ ਸਿਲੈਕਟ ਕਰਨਾ ਵੀ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ ਆਪਾਂ ਇਕਨੋਮਿਕਲ ਸਾਈਜ਼ ਆਫ ਕੰਡਕਟਰ ਜਾਂ ਇਕਨੋਮਿਕਲ ਟਰਾਂਸਮਿਸ਼ਨ ਵੋਲਟੇਜ ਜਿਹੜੀ ਆਪਾਂ ਪਹਿਲਾਂ ਪੜ੍ਹੀ ਆ ਜਿੱਦਾਂ ਉਹ ਆਪਾਂ ਸਿਲੈਕਟ ਕਰਦੇ ਹਾਂ। ਇਕਨੋਮਿਕਲ ਵੋਲਟੇਜ ਸਿਲੈਕਟ ਕਰਦੇ ਹਾਂ, ਫਿਰ ਇਕਨੋਮਿਕਲ ਟਰਾਂਸਮਿਸ਼ਨ ਇਕਨੋਮਿਕਲ ਕੰਡਕਟਰ ਸਾਈਜ਼ ਸਿਲੈਕਟ ਕਰਦੇ ਹਾਂ। ਹੁਣ ਕੰਡਕਟਰ ਸਾਈਜ਼ ਵੀ ਸਿਲੈਕਟ ਹੋ ਗਿਆ, ਵੋਲਟੇਜ ਵੀ ਸਿਲੈਕਟ ਹੋ ਗਈ, ਬਟ ਉਸ ਪਰਟੀਕੂਲਰ ਸਾਈਜ਼ ਦੀ ਆਪਾਂ ਨੂੰ ਕੰਡਕਟਰ ਮਟੀਰੀਅਲ ਕਿਹੋ ਜਿਹਾ ਚਾਹੀਦਾ, ਕਿਹੜਾ ਕੰਡਕਟਰ ਚਾਹੀਦਾ, ਉਹ ਜਿਹੜਾ ਕਹਿੰਦਾ ਉਹ ਵੀ ਇੰਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ ਇਹ ਚੀਜ਼ਾਂ ਸਿਲੈਕਟ ਕਰਨੀਆਂ। ਕਹਿੰਦਾ ਗੁੱਡ ਕੰਡਕਟਰ ਸ਼ੁੱਡ ਹੈਵ ਦਾ ਫੋਲੋਇੰਗ ਪ੍ਰੋਪਰਟੀਜ਼। ਥੱਲੇ ਕੁਝ ਪ੍ਰੋਪਰਟੀਜ਼ ਦਿੱਤੀਆਂ ਹੋਈਆਂ। ਕਹਿੰਦਾ ਇੱਕ ਅੱਛਾ ਕੰਡਕਟਰ ਜਿਹੜਾ ਕਿ ਵਧੀਆ ਸਾਡੇ ਲਈ ਸੂਟ ਕਰਦਾ ਸਾਨੂੰ ਉਹਦੀਆਂ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ। ਦੇਖੋ ਇਹ 'ਚ ਕਿਉਂਕਿ ਕੰਡਕਟਰ 'ਚੋਂ ਆਪਾਂ ਇਲੈਕਟ੍ਰਿਸਿਟੀ ਕਰੰਟ ਪਾਸ ਆਊਟ ਕਰਨਾ, ਇਸ ਕਰਕੇ ਪਹਿਲੀ ਪ੍ਰੋਪਰਟੀ ਜਿਹੜੀ ਸਭ ਤੋਂ ਉੱਪਰ ਤੇ ਦਿੱਤੀ ਪ੍ਰਾਇੋਰਟੀ ਤੇ ਉਹ ਹੈ ਹਾਈ ਇਲੈਕਟ੍ਰੀਕਲ ਕੰਡਕਟਿਵਿਟੀ। ਮਤਲਬ ਆਪਾਂ ਜਿਹੜਾ ਵੀ ਮਟੀਰੀਅਲ ਯੂਜ਼ ਕਰਨਾ ਹੈਗਾ, ਜੋ ਵੀ ਆਪਾਂ ਮਟੀਰੀਅਲ ਆਪਣੇ ਟਰਾਂਸਮਿਸ਼ਨ ਲਾਈਨ ਦੇ ਵਿੱਚ ਯੂਜ਼ ਕਰਨਾ ਐਜ਼ ਏ ਕੰਡਕਟਰ, ਉਹਦੀ ਜਿਹੜੀ ਆ ਕੰਡਕਟਿਵਿਟੀ ਆ ਜਿਹੜੀ ਉਹ ਹਾਈ ਹੋਣੀ ਚਾਹੀਦੀ ਆ। ਰੈਜ਼ਿਸਟਿਵਿਟੀ ਹਾਈ ਨਹੀਂ ਹੋਣੀ ਚਾਹੀਦੀ, ਕੰਡਕਟਿਵਿਟੀ, ਕਿਉਂਕਿ ਉਹਦੇ 'ਚ ਆਪਾਂ ਕਰੰਟ ਪਾਸ ਕਰਨਾ ਹੈਗਾ। ਕਰੰਟ ਪਾਸ ਕਰਾਂਗੇ ਅਗਰ ਕੰਡਕਟਿਵਿਟੀ ਹੋਏਗੀ ਤਾਂ ਇਹ ਪੂਰਾ ਕੰਡਕਟ ਪਾਸ ਹੋਏਗਾ। ਅਗਰ ਉਹਦੀ ਰੈਜ਼ਿਸਟਿਵਿਟੀ ਜ਼ਿਆਦਾ ਹੋਏਗੀ ਤਾਂ I²R ਲੌਸਿਸ ਜਿਹੜੇ ਉਹ ਜ਼ਿਆਦਾ ਹੋਣਗੇ ਤਾਂ ਸਾਨੂੰ ਇਕਨੋਮਿਕਲ ਨਹੀਂ ਬੈਠੇਗਾ। ਇਸ ਕਰਕੇ ਉਹਦੀ ਕੰਡਕਟਿਵਿਟੀ ਜਿਹੜੀ ਉਹ ਹਾਈ ਹੋਣੀ ਚਾਹੀਦੀ ਆ। ਦੂਜਾ ਪੁਆਇੰਟ ਕਹਿੰਦਾ ਹਾਈ ਟੈਂਸਾਈਲ ਸਟਰੈਂਥ ਇਨ ਆਰਡਰ ਟੂ ਵਿਥਸਟੈਂਡ ਮਕੈਨੀਕਲ ਸਟ੍ਰੈਸਿਸ। ਹੁਣ ਦੇਖੋ ਕਿਉਂਕਿ ਕੰਡਕਟਰ ਨੂੰ ਆਪਾਂ ਟਾਵਰ ਦੇ ਨਾਲ ਹੈਂਗ ਕਰਨਾ ਹੈਗਾ ਥਰੂ ਇੰਸੂਲੇਟਰਸ, ਹੁਣ ਉਹਦੇ 'ਤੇ ਮਕੈਨੀਕਲ ਸਟ੍ਰੈਸਿਸ ਲੱਗਣੀਆਂ ਹੈਗੀਆਂ। ਮਕੈਨੀਕਲ ਸਟਰੈਂਥ ਇਸ ਕਰਕੇ ਕਹਿੰਦਾ ਉਹਦੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀਆਂ ਮਕੈਨੀਕਲ ਸਟ੍ਰੈਸਿਸ ਉੱਤੇ ਪੈਂਦੀਆਂ ਨੇ, ਹਨੇਰੀ ਆ ਰਹੀ ਆ, ਝੱਖੜ ਆ ਜਾਂ ਕੋਈ ਹੋਰ ਵੀ ਮਕੈਨੀਕਲ ਹੈਜ਼ਰਡਸ ਲੱਗਦੀਆਂ ਹੈਗੀਆਂ, ਉਹਦਾ ਜਿਹੜੀਆਂ ਸਟ੍ਰੈਸਿਸ ਜਿਹੜੀਆਂ ਪ੍ਰੋਡਿਊਸ ਹੁੰਦੀਆਂ ਹੈਗੀਆਂ ਉਹ ਸਟ੍ਰੈਸਿਸ ਨੂੰ ਮੇਨਟੇਨ ਕਰਨ ਲਈ ਆਪਣਾ ਜਿਹੜਾ ਕੰਡਕਟਰ ਆ ਉਹਦੀ ਹਾਈ ਟੈਂਸਾਈਲ ਸਟਰੈਂਥ ਹੋਣੀ ਚਾਹੀਦੀ ਹੈਗੀ ਆ। ਤੀਜਾ ਪੁਆਇੰਟ ਕਹਿੰਦਾ ਰਿਲੇਟਿਵਲੀ ਲੋਅਰ ਕਾਸਟ ਵਿਦਾਊਟ ਕੰਪੈਰੀਜ਼ਿੰਗ ਮੱਚ ਆਫ ਅਦਰ ਪ੍ਰੋਪਰਟੀ। ਦੂਜੀਆਂ ਸਾਰੀਆਂ ਪ੍ਰੋਪਰਟੀਜ਼ ਨੂੰ ਕੰਪੇਅਰ ਕਰਨ ਦੀ ਬਜਾਏ ਉਹ ਵੀ ਕੰਪੇਅਰ ਕਰਨੀਆਂ, ਬਟ ਉਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਇਹਦੀ ਕਾਸਟ ਹੈ, ਕੰਡਕਟਰ ਕਾਸਟ ਕਹਿੰਦਾ ਜਿਹੜੀ ਆ ਉਹ ਘੱਟ ਹੋਣੀ ਚਾਹੀਦੀ। ਜਿਹੜਾ ਵੀ ਆਪਾਂ ਮਟੀਰੀਅਲ ਯੂਜ਼ ਕਰਨਾ ਉਹਦੀ ਜਿਹੜੀ ਕਾਸਟ ਆ ਉਹ ਘੱਟ ਹੋਣੀ ਚਾਹੀਦੀ ਹੈ। ਤੀਜਾ ਲਾਸਟ ਵਨ ਹੈ ਲੋਅਰ ਵੇਟ ਪਰ ਯੂਨਿਟ ਵੋਲੀਅਮ। ਹੁਣ ਕੰਡਕਟਰ ਐਸਾ ਹੋਣਾ ਚਾਹੀਦਾ ਕਿ ਆਪਾਂ ਕਹੀਏ ਸਸਤਾ ਕੰਡਕਟਰ ਲਾ ਲਓ ਜੀ, ਸਸਤਾ ਤਾਂ ਸਭ ਤੋਂ ਲੋਹਾ ਆ। ਹੁਣ ਲੋਹੇ ਦੀ ਆਇਰਨ ਜਿਹਨੂੰ ਆਪਾਂ ਕਹਿੰਦੇ ਉਹਦੀ ਰੈਜ਼ਿਸਟਿਵਿਟੀ ਬਹੁਤ ਜ਼ਿਆਦਾ, ਕੰਡਕਟਿਵਿਟੀ ਹੈ ਨਹੀਂ, ਬਟ ਉਹਦਾ ਵੇਟ ਬਹੁਤ ਜ਼ਿਆਦਾ ਪਰ ਯੂਨਿਟ ਵੋਲੀਅਮ। ਅਗਰ ਪਰ ਯੂਨਿਟ ਵੋਲੀਅਮ ਇੱਕ ਆਪਾਂ ਲੈਣਾ ਆ ਤਾਂ ਉਹਦਾ ਜਿਹੜੀ ਆ ਵੇਟ ਆ ਉਹ ਜਿਹੜਾ ਘੱਟ ਹੋਣਾ ਚਾਹੀਦਾ। ਕਹਿੰਦਾ ਉਹੋ ਜਿਹਾ ਕੰਡਕਟਰ ਆਪਾਂ ਸਿਲੈਕਟ ਕਰੀਏ ਤਾਂ ਕਿ ਸਾਡੀਆਂ ਟਰਾਂਸਮਿਸ਼ਨ ਲਾਈਨ ਜਿਹੜੀਆਂ ਟਾਵਰਸ ਆ, ਇੰਸੂਲੇਟਰਸ ਆ, ਉਹਨਾਂ 'ਤੇ ਸਟ੍ਰੈਸ ਘੱਟ ਪਵੇ। ਜਿੰਨਾ ਕੰਡਕਟਰ ਹਲਕਾ ਹੋਏਗਾ ਉਨਾ ਉਹਦਾ ਵੇਟ ਘੱਟ ਹੋਏਗਾ, ਉਨਾ ਹੀ ਉਹ ਪਰ ਯੂਨਿਟ ਵੋਲੀਅਮ ਉਨਾ ਹੀ ਉਹ ਜਿਹੜਾ ਆ ਉਹ ਸਾਡੇ ਲਈ ਸੌਖਾ ਰਹੇਗਾ। ਇਸ ਤਰ੍ਹਾਂ ਆਪਾਂ ਇਹ ਪ੍ਰੋਪਰਟੀਜ਼ ਨੂੰ ਡਿਸਕਸ ਕਰਕੇ ਆਪਣੇ ਮਾਈਂਡ ਦੇ ਵਿੱਚ ਲਿਆ ਕੇ ਫਿਰ ਆਪਾਂ ਕੰਡਕਟਰ ਜਿਹੜਾ ਉਹ ਸਿਲੈਕਟ ਕਰਦੇ ਆ ਵੀ ਆਪਾਂ ਕਿਹੜਾ ਕੰਡਕਟਰ ਯੂਜ਼ ਕਰਨਾ ਹੈਗਾ ਟਰਾਂਸਮਿਸ਼ਨ ਲਾਈਨ ਲਈ। ਹੁਣ ਆਪਾਂ ਪੜ੍ਹਦੇ ਹਾਂ, ਦੇਖੋ ਕੰਡਕਟਰ ਮਟੀਰੀਅਲਸ, ਕਿਹੜੇ ਕੰਡਕਟਰ ਮਟੀਰੀਅਲਸ ਆਪਾਂ ਯੂਜ਼ ਕਰ ਸਕਦੇ ਹਾਂ। ਕਹਿੰਦਾ ਫੋਲੋਇੰਗ ਆਰ ਸਮ ਮਟੀਰੀਅਲ ਦੈਟ ਆਰ ਕੰਸੀਡਰਡ ਟੂ ਬੀ ਗੁੱਡ ਕੰਡਕਟਰ। ਕੁਛ ਮਟੀਰੀਅਲ ਥੱਲੇ ਆਪਾਂ ਡਿਸਕਸ ਕਰਦੇ ਹਾਂ। ਕਹਿੰਦਾ
कि ਜਿਹੜੇ अच्छे कंडक्टर्स ਆਪਾਂ सिलेक्ट कर सकते हैं। ਇਹ 'ਚ सब तो टॉप पे है देखो कॉपर। कहते कॉपर हैज़ ए हाई कंडक्टिविटी एंड ग्रेटर टेंसाइल स्ट्रेंथ। देखो आप प्रॉपर्टीज़ दो चीज़ां पढ़ियां सी भी टेंसाइल स्ट्रेंथ वधिया होनी चाहिए आ ते उहदी जिहड़ी आ कंडक्टिविटी आ वो हाई होनी चाहिए आ। मतलब इन्हां दोने प्रॉपर्टीज़ आ ये कॉपर दे विच देखो हैगियां। सो कहंदा कॉपर इन हार्ड ड्रान स्टैंडर्ड फॉर्म इज़ ए ग्रेट ऑप्शन फॉर ओवरहेड लाइन्स। मतलब कॉपर कहंदा उन्होंने हार्ड ड्रान मतलब करके आप यूज़ करते हैं वो कंडक्टर्स नूं वो मतलब बना के आप यूज़ करते हैं ओवरहेड लाइन के। कॉपर एज ए हाई करंट डेंसिटी, यदि करंट डेंसिटी बहुत ज़्यादा हाई होंगी है विच मीनस मोर करंट कैरिंग कैपेसिटी पर यूनिट क्रॉस सैक्शन एरिया। मतलब क्रॉस सैक्शन एरिया अगर 1 सेंटीमीटर है मान लो कॉपर का तो वही जी करंट डेंसिटी हैगी वो हाई हैगी दैन एलूमीनीयम या अदर मटीरियल्स नाल। सिल्वर नूं छड्ड के एलूमीनीयम या आयरन नालों यदि जी करंट डेंसिटी है वो ज़्यादा हैगी। मतलब 1 सेंटीमीटर क्रॉस सैक्शन के जिन्ना करंट आप पास कर देंगे अगर आप एलूमीनीयम यूज़ करांगे तो वो जो करंट घट पास होएगा। इस तरह इनू करंट डेंसिटी कहते हैं। कहता जी करंट कैरिंग कैपेसिटी जी कॉपर की ज़्यादा हैगी आ। कहता देयर फॉर कॉपर कंडक्टर्स है रिलेटिवली स्मॉल क्रॉस सैक्शन एरिया। हुण आप एरिए के हिसाब नाल करंट सिलेक्ट करना, आप करंट के हिसाब नाल एरिया सिलेक्ट करना। अगर करंट कहता ज़्यादा है, करंट ज़्यादा है मतलब सपोज करो एग्जांपल है कि आप 100 एम्पीयर करंट पास आउट करना। अगर 100 एम्पीयर पास आउट करने लई सानू कॉपर का जिन्ना एरिया क्रॉस सैक्शन लगेगा अगर आप एलूमीनीयम का यूज़ करें तो वह एरिया क्रॉस सैक्शन जो वो ज़्यादा होएगा। कहता आल्सो कॉपर इज़ ड्यूरेबल एंड हैज़ हाई स्क्रैप वैल्यू। चलो ये तो अलग चीज़ है कि ड्यूरेबल है तो स्क्रैप वैल्यू मतलब अगर आप कंडक्टर खराब हो गया, खत्म हो गया, सड़ गया या कुछ भी लॉस हो गया तो अगर आप कंडक्टर स्क्रैप के बेचना पवे तो वही वैल्यू जी बाकी कंडक्टर्स नालों ज़्यादा होंगी है। हाउ ड्यू टू इट्स हाई कॉस्ट एंड नॉन अवेलेबिलिटी कॉपर इज़ रियरली यूज फॉर ओवरहेड पावर लाइन्स। मतलब ओवरहेड पावर लाइन फिर भी आप इन प्रॉपर्टीज़ होने के बावजूद इनू आप घट यूज़ करते हैं ट्रांसमिशन लाइन्स दे विच। नैक्सट है देखो एलूमीनीयम। कहता एलूमीनीयम हैज़ अबाउट 60% ऑफ कंडक्टिविटी ऑफ कॉपर। मतलब कॉपर नालों ये सिर्फ कंडक्टिविटी जी एलूमीनीयम की 60% रह गई कहता होंगी हैगी। मतलब यदा मतलब कि कहता फॉर द सेम रजिस्टेंस जिदा मैं पहले तुहानूं डिस्कस किया आप हुणे कॉपर वाले केस ये कहता फॉर द सेम रजिस्टेंस द डायमीटर ऑफ एलूमीनियम कंडक्टर इज अबाउट 1.26 टाइम्स दैन दैट ऑफ कॉपर कंडक्टर। क्योंकि कहता यदि कंडक्टिविटी घट है छोटी है इस करके कहता सेम रजिस्टेंस लिए आप अगर मेनटेन करना हो तो कॉपर कंडक्टर एलूमीनियम कंडक्टर जो कॉपर नालों 1.26 टाइम्स जो ज़्यादा वह डाया होएगा। मतलब अगर आप कॉपर नूं मतलब सेम रजिस्टेंस से अगर मेजर अगर कॉपर का डाया जोड़ा वो 1 सेंटीमीटर होएगा तो एलूमीनियम का सेम कंडक्टर अगर लीए तो वह डायामीटर जोड़ा वो 1.26 मीटर मतलब वो ज़्यादा मोटा कंडक्टर आपको यूज़ करना पड़ेगा। However, an aluminium conductor has almost half the weight of an equivalent copper conductor। हुण जे अगर कॉपर कंडक्टर में आप एलूमीनियम कंडक्टर एज ए वेट कंपेयर करिए तो जो एलूमीनियम का वेट है तकरीबन कॉपर नालों हाफ होंदा है। मतलब काफ़ी हल्का एलूमीनियम जो कॉपर नालों हल्का होंदा है। सेम लेंथ अगर 1 मीटर लेंथ और 1 सेंटीमीटर डायामीटर आप लाइए तो दोनों रॉड्स का वेट देखिए तो कॉपर का वेट जो वो घट होएगा। अगर वह मतलब 1 किलो है तो मान लो सपोज करो जस्ट तो दूजे का जोड़ा वो 1 किलो नालों मतलब आधा किलो तकरीबन होएगा। कंसिडरिंग कंबाइंड फैक्टर्स ऑफ कॉस्ट कंडक्टिविटी टेंसाइल स्ट्रेंथ वेट एक्सेट्रा। अगर आप हम सारिया प्रॉपर्टीज अगर कंपेयर करिए वो कॉपर की जी कंडक्टिविटी आ ਉਹਦੀ ਜਿਹੜੀ ਆ कॉस्ट है टेंसाइल स्ट्रेंथ है वेट है अगर कहते हैं सारे कंपेयर कर लिया आपस तो एलूमीनियम हैज़ एन एज ओवर कॉपर तो एलूमीनियम जो कॉपर नालों ज़्यादा वधिया है। देयरफॉर एलूमीनियम इज़ बीइंग वाइडली यूज फॉर ओवरहेड कंडक्टर। इस करके कहता ओवरहेड लाइन्स के कंडक्टर्स जो आप यूज़ करते हैं वो एलूमीनियम यूज़ करते हैं ज़्यादातर। तुसीं देखा वो ज़्यादातर अपने वो अजकल तुसीं कि असीं भी बहुत घट देखे एलूमीनियम कंडक्टर ही ज़्यादा देखते हैं ट्रांसमिशन लाइन के कितने भी तुम कॉपर कंडक्टर नहीं देखोगे ट्रांसमिशन लाइन से एलूमीनियम कंडक्टर जो ज़्यादा यूज़ किया जाता है क्योंकि एक तो हल्का होंगे एक वो सस्ता होंगे टेंसाइल स्ट्रेंथ यदि वधिया होंगी है। कैडमियम कॉपर हुण कैडमियम जो थोड़ा कॉपर नालों हार्ड मटीरियल है इस करके अंदर देखो कैडमियम कॉपर अलॉयज कंटेन अप्रोक्सीमेटली 98 to 99 ऑफ कॉपर
एंड अप टू 1.5 टू ऑफ कैडमियम। मतलब कंबीनेशन है दो लॉयज का, एक लॉय है कैडमियम, दूजी है कॉपर। लेकिन कॉपर जी 98% आप लेने, तो कैडमियम जोड़ा वो 1.5% लेने। कादे लिए एडिशन ऑफ अबाउट 1% ऑफ कैडमियम टू कॉपर इंक्रीज द टेंसाइल स्ट्रेंथ बाय अप टू 50%। 1% सिर्फ एलूमीनीयम के आप कॉपर के कैडमियम वगैरह ऐड कर दीए तो वो स्ट्रेंथ मतलब जो कॉपर है जो सॉफ्ट से हार्ड हो जाता, मतलब वो स्ट्रेंथ बढ़ जाती कि 50%। द कंडक्टिविटी रिड्यूसड ओनली अबाउट 15%। देखो स्ट्रेंथ 50% बढ़ गई वो, लेकिन वो कंडक्टिविटी जी घट गई कि सिर्फ 15%। मतलब इस करके फिर भी आप कह सकते हैं भी कॉपर कैडमियम कॉपर कंडक्टर जो बेस्ट है, क्योंकि वो स्ट्रेंथ ज़्यादा है। सानू मेन तो ओवरहेड लाइन है, ये पहला भी तुहानूं दसदा मकैनिकल हैजर्ड झक्खड़ मीह नेरी मकैनिकल स्ट्रैसिस ज़्यादा पैनी। इस करके जिन्ना कंडक्टर जो मजबूत होएगा मैकेनिकली स्ट्रोंग होएगा वो साढ़े लिए ज़्यादा बेनीफिशियल है। इस करके कहता कैडमियम का 1% अगर आप ऐड कर दीए कॉपर के तो अलॉय बनाइए तो वो अलॉय जी वो सिंपल कॉपर नालों ज़्यादा बैटर हैगी। कहता देयरफॉर कैडमियम कॉपर कंडक्टर्स कैन बी यूजफुल फॉर एक्सपेशनली लॉन्ग स्पैनस, ज़्यादा लॉन्ग स्पैनस मतलब बहुत ज़्यादा डिस्टेंसिस लिए अगर आप यूज़ करना हो फिर आप कैडमियम कॉपर जो मटीरियल यूज़ करते हैं। और ड्यू टू हाई कॉस्ट ऑफ कैडमियम, पर कैडमियम की कॉस्ट भी हम बहुत ज़्यादा हैगी। सच कंडक्टर मे भी अनइकोनॉमिकल इन मैनी केसेस, मतलब कहता ज़्यादा इकोनॉमिकल नहीं है जे आप भी कैडमियम कॉपर कंडक्टर यूज़ करें तो कॉपर बहुत कॉस्टली, उतो कैडमियम उस तो भी ज़्यादा कॉस्टली। इस करके जो आप नहीं यूज़ करते है। ACSR कंडक्टर्स, ACSR कंडक्टर्स की होंगे एल्यूमीनियम कंडक्टर स्टील रीइनफोर्स्ड। पढ़ते हैं आप फिर मैं तुहाडे नाल डिस्कस करदा। देखो ACSR कंसिस्ट्स ऑफ ए सॉलिड और स्टैंडर्ड स्टील कोर with one or more layers of high purity aluminium wires wrapped in spiral। कहता ACSR कंडक्टर्स की होंगे कि सॉलिड ਜਾਂ स्टैंडर्ड, अगे आप पढ़ांगे स्टैंडर्ड कंडक्टर्स की होंगे। कहता सॉलिड एक सिंगल कंडक्टर ਜਾਂ स्टैंडर्ड कंडक्टर स्टील कोर, मतलब स्टील की एक वायर लैनी आ, चाहे सॉलिड हो चाहे स्टैंडर्ड मीन जिदा स्प्रिंग होंदा इस टाइप की हो, मतलब दसी टाइप की हो, विद वन और मोर लेयर्स ऑफ हाई प्योरिटी एल्यूमीनियम कंडक्टर। तो उन्होंने आप आले दुआले एक ਜਾਂ इस तो वध लेयर्स जड़ियाँ एल्यूमीनियम कंडक्टर दी लपेट दी है तो उन्होंने आप कह दें ACSR कंडक्टर्स एल्यूमीनियम कोर स्टील रेनफोर्स। मतलब स्टील में आप यूज़ करते हैं सिर्फ उस कंडक्टर में स्ट्रोंग मकैनिकली स्ट्रेंथ देने लई, तो एल्यूमीनियम जोड़ा है वो करंट कंडक्टर के तौर पर आप जो यूज़ करते हैं ACSR कंडक्टर्स। अगे लाइन से देखो कहता द कोर वायर्स मे बी जिंक कोटेड गैल्वेनाइज स्टील और एल्यूमीनियम कोटेड एल्यूमिनाइज स्टील। मतलब जी इंटरनल जी आप स्टील रेनफोर्स करनी है वो जी वायर आ कहता जब उन्होंने गैल्वेनाइज स्टील यूज़ कर सकते हैं तो या स्टील में आप एल्यूमीनियम कोटिंग कर सकते हैं। कादे लिए सिर्फ कहता गैल्वेनाइजेशन और एल्यूमिनाइजेशन कोटिंग आर थिन एंड आर अप्लाइड टू प्रोटैक्ट द स्टील फ्रॉम क्रोजन। सिर्फ तो सिर्फ इस करके कि उन्होंने जंगाल ना लग जाए, इस करके जो सेंटर वाला स्टील का पोर्शन है उन्होंने आप गैल्वेनाइज स्टील यूज़ करते हैं या एल्यूमिनाइज, और ਜਾਂ एल्यूमीनियम कोटिंग करते हैं ਜਾਂ जिंक की कोटिंग करके गैल्वेनाइज करके फिर आप जी यूज़ करते हैं। देखो राइट साइड से कंडक्टर दिख रहा है वो सेंटर च देखो जो काला काला कंडक्टर है 6-7 कंडक्टर एक सेंटर 6 वो आले दुआले ये आप है स्टील स्टैंडर्ड है, तो जो एल्यूमीनियम स्टैंडर्ड वो आले दुआले जो कंडक्टर्स है एल्यूमीनियम स्टैंडर्ड कंडक्टर स्ट्रैंड पढ़ा STRAND स्टैंडर्ड। मतलब ये जोड़े कंडक्टर्स इन्हों आप इस तरह बाइंडिंग दे के जी है स्टील आप ACSR कंडक्टर जोड़े वो बना लेने हैं। कहता द सेंट्रल स्टील कोर प्रोवाइड एडिशनल मैकेनिकल स्ट्रेंथ। जी सेंटर वाली कोर आ जी आप स्टील की कोर दी वो कहता एडिशनल मैकेनिकल स्ट्रेंथ प्रोवाइड कर दिया एंड हिंस सैग इज सिग्निफिकेंटली लैस। मतलब सैग की होंगी अगे पढ़ना है आप वो अगे पढ़ांगे जो सैग वाला पोर्शन है पढ़ना है, बट तुम इतने कहना कहता ये सैग जी लैस करने आप मैकेनिकल स्ट्रेंथ जी एल्यूमीनियम की बढ़ाने हैं। दैन ऑल अदर एल्यूमीनियम कंडक्टर दूसरे सारे एल्यूमीनियम कंडक्टर नालों ACSR कंडक्टर दे अगर सेम स्पैन होवे तो सैग जी घट जाती हैगी। ACSR कंडक्टर्स आर अवेलेबल इन ए वाइड रेंज ऑफ स्टील कॉन्टैक्ट फ्रॉम 6 to 40। स्टील का कॉन्टैक्ट कहता 6 तो लैके 40% तक आप स्टील यूज़ कर सकते। ACSR कंडक्टर्स अक्सर आपको मिल दिया गया। ACSR विद हायर स्टील कॉन्टेंट इज सिलेक्टेड विद हायर मैकेनिकल स्ट्रेंथ इज रिक्वायर्ड। कहता
ACSR कंडक्टर ਜਿਹੜੇ ਹਾਈ ਸਟੀਲ ਕੰਟੈਕਟ ਨਾਲ ਉਦੋਂ ਆਪਾਂ ਸਿਲੈਕਟ ਕਰਦੇ ਹਾਂ ਜਦੋਂ ਸਾਨੂੰ ਮਕੈਨੀਕਲ ਸਟਰੈਂਥ ਜਿਹੜੀ ਜ਼ਿਆਦਾ ਚਾਹੀਦੀ ਹੋ, ਕਿੱਦਾਂ ਸੱਚ ਐਜ਼ ਰਿਵਰ ਕ੍ਰੋਸਿੰਗ, ਮਤਲਬ ਕੋਈ ਰਿਵਰ ਹੈ, ਦਰਿਆ ਆ ਵੱਡਾ, ਬਹੁਤ ਸਪੈਨ ਉਹਦਾ ਜ਼ਿਆਦਾ ਹੁੰਦਾ ਆ, ਤਾਂ ਉਸ ਕੇਸ ਦੇ ਵਿੱਚ ਅਗਰ ਆਪਾਂ ਸਿੰਪਲ ਐਲੂਮੀਨੀਅਮ ਕੰਡਕਟਰ ਲਗਾਵਾਂਗੇ ਤਾਂ ਸਾਨੂੰ ਸੈਗ ਬਹੁਤ ਜ਼ਿਆਦਾ ਦੇਣੀ ਪਏਗੀ। ਉਹਦੇ ਨਾਲ ਕੀ ਕੰਡਕਟਰ ਜਿਹੜਾ ਸੈਂਟਰ ਦੇ ਵਿੱਚੋਂ ਸਪੈਨ ਦੇ ਬਿਲਕੁਲ ਸੈਂਟਰ 'ਚੋਂ ਜ਼ਿਆਦਾ ਡਿਪ ਕਰ ਜਾਏਗਾ ਥੱਲੇ ਨੂੰ, ਤਾਂ ਸਾਡੀ ਉਹਦੀ ਲੈਂਥ ਵੀ ਸਾਨੂੰ ਵਧਾਉਣੀ ਪਏਗੀ। ਉਸ ਕੇਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਸਟੀਲ ਰੇਨਫੋਰਸਡ ਕੰਡਕਟਰ ਜਿਹੜੇ ਆ ਉਹਦੇ ਵਿੱਚ ਸਟੀਲ ਜਿਹੜੀ ਆ ਜ਼ਿਆਦਾ ਵੈਲਿਊ 'ਚ ਪਾਉਂਦੇ ਹਾਂ, ਜ਼ਿਆਦਾ ਕੁਆਂਟਿਟੀ ਜਿਹੜੀ ਸਟੀਲ ਦੀ ਪਾਉਂਦੇ ਹਾਂ ਅਤੇ ਐਲੂਮੀਨੀਅਮ ਦੀ ਕੁਆਂਟਿਟੀ ਘਟਾ ਦਿੰਦੇ ਹਾਂ, ਅਤੇ ਕੰਡਕਟਰ ਦਾ ਸਾਈਜ਼ ਥੋੜ੍ਹਾ ਵੱਡਾ ਹੋ ਜਾਂਦਾ, ਉਹਦੇ ਨਾਲ ਉਹਦਾ ਸਪੈਨ ਜਿਹੜਾ ਉਹ ਆਪਾਂ ਆਰਾਮ ਨਾਲ ਲੈ ਕੇ ਜਾ ਸਕਦੇ, ਵੱਡੇ ਸਪੈਨ ਤੱਕ ਯੂਜ਼ ਕਰ ਸਕਦੇ ਹਾਂ। ACSR conductors are very widely used for all transmission and distribution। ਜਿੰਨੀਆਂ ਵੀ ਟਰਾਂਸਮਿਸ਼ਨ ਲਾਈਨਸ ਦੇ ਡਿਸਟ੍ਰੀਬਿਊਸ਼ਨ ਲਾਈਨਸ ਆ ਉਹਨਾਂ 'ਚ ਤਕਰੀਬਨ ਆਪਾਂ ACSR ਕੰਡਕਟਰ ਜਿਹੜੇ ਆ ਉਹ ਯੂਜ਼ ਕਰਦੇ ਹੈਗੇ ਆ। ਹੁਣ ਅਦਰ ਮਟੀਰੀਅਲ ਵਿੱਚ ਕਹਿੰਦਾ ਦੇਖੋ ਦੇਰ ਆਰ ਮੈਨੀ ਅਦਰ ਮਟੀਰੀਅਲ ਐਂਡ ਵਾਇਰਸ ਦੈਟ ਕੰਡਕਟ ਇਲੈਕਟ੍ਰਿਸਿਟੀ। ਬਹੁਤ ਸਾਰੇ ਮਟੀਰੀਅਲ ਜਿਹਨਾਂ 'ਚ ਕੰਡਕਟਰ ਆਪਾਂ ਇਲੈਕਟ੍ਰਿਸਿਟੀ ਨੂੰ ਕੰਡਕਟ ਕਰਾ ਸਕਦੇ ਹਾਂ। ਸਿਲਵਰ ਇਜ਼ ਮੋਰ ਕੰਡਕਟਿਵ ਦੈਨ ਕਾਪਰ। ਹੁਣ ਸਿਲਵਰ ਜੇ ਆਪਾਂ ਚਾਂਦੀ, ਜੇ ਆਪਾਂ ਕਹੀਏ ਚਾਂਦੀ, ਉਹ ਕਾਪਰ ਨਾਲ ਜ਼ਿਆਦਾ ਕੰਡਕਟਿਵ ਹੁੰਦੀ ਆ, ਬਟ ਡਿਊ ਟੂ ਇਟਸ ਹਾਈ ਕਾਸਟ ਇਟ ਇਜ਼ ਨਾਟ ਪ੍ਰੈਕਟੀਕਲੀ ਇਨ ਮੋਸਟ ਆਫ ਕੇਸਿਸ ਯੂਜ਼ਡ। ਜ਼ਿਆਦਾ ਕੇਸਿਸ ਦੇ ਵਿੱਚ ਕਹਿੰਦਾ ਇਹਨੂੰ ਆਪਾਂ ਯੂਜ਼ ਹੀ ਨਹੀਂ ਕਰਦੇ। ਜਿਹੜੀ ਆ ਚਾਂਦੀ ਨਹੀਂ ਯੂਜ਼ ਕਰ ਸਕਦੇ। ਹਾਂ, ਬਹੁਤ ਰੇਅਰ ਕੇਸਿਸ ਹੁੰਦੇ ਆ ਜਿੱਥੇ ਕਿ ਬਹੁਤ ਛੋਟੇ ਕੰਡਕਟਰਸ ਨੇ, ਬਹੁਤ ਘੱਟ ਮਤਲਬ ਲੈਂਥ ਹੈਗੀ ਆ, ਪਰ ਉਹ ਟਰਾਂਸਮਿਸ਼ਨ 'ਚ ਨਹੀਂ ਆ। ਇਲੈਕਟ੍ਰੋਨਿਕਸ ਜਿਹੜੀਆਂ ਅਪਲਾਇੰਸਿਸ ਆ ਜਾਂ ਦੂਜੀਆਂ ਚੀਜ਼ਾਂ ਉਹਨਾਂ 'ਚ ਆਪਾਂ ਕਈ ਜਗ੍ਹਾ 'ਤੇ ਸਿਲਵਰ ਕੰਡਕਟਰ ਵੀ ਯੂਜ਼ ਕਰ ਲੈਂਦੇ ਹਾਂ। ਕਹਿੰਦਾ ਇਨ ਮੋਸਟ ਆਫ ਕੇਸਿਸ ਗੈਲਵਨਾਈਜ਼ਡ ਸਟੀਲ ਮੇ ਆਲਸੋ ਵੀ ਯੂਜ਼ਡ ਐਜ਼ ਏ ਕੰਡਕਟਰ। ਕਈ ਕੇਸਿਸ ਵਿੱਚ ਆਪਾਂ ਗੈਲਵਨਾਈਜ਼ਡ ਸਟੀਲ ਨੂੰ ਯੂਜ਼ ਕਰਦੇ ਹਾਂ ਐਜ਼ ਏ ਕੰਡਕਟਰ। ਆਲਦੋ ਸਟੀਲ ਹੈਜ਼ ਵੈਰੀ ਹਾਈ ਟੈਂਸਾਈਲ ਸਟਰੈਂਥ, steel conductors are not suitable for transmitting power efficiency due to the poor conductivity and high resistance of steel। ਕਹਿੰਦਾ ਆਪਾਂ ਟਰਾਂਸਮਿਸ਼ਨ ਲਾਈਨ ਦੇ ਵਿੱਚ ਸਟੀਲ ਨਹੀਂ ਯੂਜ਼ ਕਰਦੇ ਹੈਗੇ। ਜੇ ਇਕੱਲੀ ਸਟੀਲ ਕੀ ਟਰਾਂਸਮਿਸ਼ਨ ਲਾਈਨ 'ਚ ਯੂਜ਼ ਕਰ ਲਓ, ਭਾਵੇਂ ਉਹਦੀ ਟੈਂਸਾਈਲ ਸਟਰੈਂਥ ਬਹੁਤ ਜ਼ਿਆਦਾ ਹੈਗੀ ਆ, ਪਰ ਆਪਾਂ ਇਹਨੂੰ ਨਹੀਂ ਯੂਜ਼ ਕਰਦੇ ਕਿਉਂਕਿ ਇਹਦੀ ਕੰਡਕਟਿਵਿਟੀ ਬਹੁਤ ਘੱਟ ਆ ਅਤੇ ਰੈਜ਼ਿਸਟਿਵਿਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਕਹਿੰਦਾ ਹਾਈ ਸਟਰੈਂਥ ਅਲੋਏ ਸੱਚ ਐਜ਼ ਫਾਸਫੋਰ ਬ੍ਰੋਂਜ਼ ਮੇ ਆਲਸੋ ਵੀ ਯੂਜ਼ ਸਮਟਾਈਮਜ਼ ਐਟ ਐਕਸਟ੍ਰੀਮ ਕੰਡੀਸ਼ਨ। ਬਹੁਤ ਜ਼ਿਆਦਾ ਰੇਅਰ ਕੰਡੀਸ਼ਨਸ ਦੇ ਵਿੱਚ ਆਪਾਂ ਫਾਸਫੋਰ ਬ੍ਰੋਂਜ਼ ਜਿਹੜਾ ਆ ਉਹ ਵੀ ਐਜ਼ ਏ ਕੰਡਕਟਰ ਯੂਜ਼ ਕਰਦੇ ਹਾਂ। ਹੁਣ ਸਟੀਲ ਵਾਇਰਸ ਜਿਹੜੀਆਂ ਆਪਾਂ ਗੈਲਵਨਾਈਜ਼ਡ ਸਟੀਲ ਵਾਇਰਸ ਅਗਰ ਆਪਾਂ ਦੇਖੀਏ ਆਮ ਟਰਾਂਸਮਿਸ਼ਨ ਲਾਈਨ ਦੇ ਵਿੱਚ ਜਾਂ ਡਿਸਟ੍ਰੀਬਿਊਸ਼ਨ ਲਾਈਨ ਦੇ ਵਿੱਚ ਆਪਾਂ ਅਗਰ ਯੂਜ਼ ਕਰਦੇ ਹਾਂ ਤਾਂ ਉਹ ਐਜ਼ ਏ ਅਰਥਿੰਗ ਯੂਜ਼ ਕਰਦੇ ਆ। ਅਰਥ ਵਾਇਰਸ ਅਗਰ ਆਪਾਂ ਲਾਉਣੀ ਆ ਜਾਂ ਅਰਥ ਕਰਨੀ ਆ ਕਿਤੇ, ਤਾਂ ਆਪਾਂ ਜਿਹੜੀ ਉੱਥੇ ਉਹ ਸਟੀਲ ਵਾਇਰਸ ਜਿਹੜੀਆਂ ਯੂਜ਼ ਕਰਦੇ ਹਾਂ। ਮੋਸਟਲੀ ਸਟੀਲ ਵਾਇਰਸ ਸਿਰਫ ਅਰਥ ਵਾਇਰਸ ਵਾਸਤੇ ਹੀ ਯੂਜ਼ ਕੀਤੀਆਂ ਜਾਂਦੀਆਂ, ਬਟ ਨਾ ਕਿ ਇਹ ਟਰਾਂਸਮਿਸ਼ਨ ਲਾਈਨ ਜਾਂ ਡਿਸਟ੍ਰੀਬਿਊਸ਼ਨ ਲਾਈਨ ਲਈ ਯੂਜ਼ ਕਰਦੇ ਹੈਗੇ ਆ। ਹੁਣ ਇਹਦਾ ਮਤਲਬ ਕੀ ਹੋਇਆ ਕਿ ਟਰਾਂਸਮਿਸ਼ਨ ਲਾਈਨ ਲਈ ਜਾਂ ਡਿਸਟ੍ਰੀਬਿਊਸ਼ਨ ਲਾਈਨ ਦੀ ਮੋਸਟ ਕਾਮਨ ਜਿਹੜਾ ਮਟੀਰੀਅਲ ਹੈਗਾ ਆ ਉਹ ਹੈ ਐਲੂਮੀਨੀਅਮ। ਰੇਅਰ ਕੇਸਿਸ ਨੇ ਉਹ ਸਿਰਫ ਕੋਰ ਕੇਬਲਸ ਜਿਹੜੀਆਂ ਆਪਾਂ ਘਰਾਂ 'ਚ ਵਾਇਰਸ ਯੂਜ਼ ਕਰਦੇ ਹਾਂ, ਕਿਉਂਕਿ ਥੋੜ੍ਹਾ ਡਿਸਟੈਂਸ ਹੁੰਦਾ, ਉੱਥੇ ਆਪਾਂ ਕਾਪਰ ਵਾਇਰਸ ਯੂਜ਼ ਕਰਦੇ ਹਾਂ, ਅਤੇ ਅਰਥ ਵਾਇਰਿੰਗ ਲਈ ਆਪਾਂ ਮੋਸਟਲੀ ਸਟੀਲ ਵਾਇਰ ਜਿਹੜੀਆਂ ਐਜ਼ ਏ ਕੰਡਕਟਰ ਯੂਜ਼ ਕਰਦੇ ਹੈਗੇ ਆ। ਇਸ ਤਰ੍ਹਾਂ ਇਹ ਕੰਡਕਟਰ ਜਿਹੜੇ ਸੀਗੇ ਆਪਾਂ ਪੜ੍ਹੇ ਆ। ਹੁਣ ਜਦੋਂ ਆਪਾਂ ਪਹਿਲਾਂ ACSR ਕੰਡਕਟਰ ਤੁਹਾਨੂੰ ਮੈਂ ਦੱਸਿਆ ਸੀ ਸਟੈਂਡਰਡ ਕੰਡਕਟਰਸ ਕੀ ਹੁੰਦੇ ਆ। ਸਟੈਂਡਰਡ ਕੰਡਕਟਰਸ ਮਤਲਬ ਦੇ ਵਿੱਚ ਸਟੈਂਡਰਡ ਕੰਡਕਟਰ ਅਤੇ ਦੂਸਰੇ ਸੋਲਿਡ ਕੰਡਕਟਰ ਕੀ ਫਰਕ ਹੁੰਦਾ। ਦੇਖੋ ਸਟੈਂਡਰਡ ਕੰਡਕਟਰ ਤੁਹਾਨੂੰ ਸਾਹਮਣੇ ਡਾਇਗਰਾਮ 'ਚ ਦਿਖ ਰਿਹਾ ਹੈਗਾ, ਬਟ ਸੋਲਿਡ ਕੰਡਕਟਰ ਹੁੰਦਾ ਇੱਕ ਸਿੰਗਲ ਪੀਸ। ਜਿੱਦਾਂ ਆਪਾਂ ਕਹਿ ਲਓ ਵੀ ਲੋਹੇ ਦਾ ਸਰੀਆ, ਕਿੱਦਾਂ 5 mm ਸਰੀਆ, 8 mm ਸਰੀਆ, ਜਾਂ ਇਸ ਤਰ੍ਹਾਂ ਲੋਹੇ ਦੀ ਕੋਈ ਰੋਡ ਜਿਹੜੀ ਸੋਲਿਡ ਕੰਡਕਟਰਸ ਆ ਉਹਨੂੰ ਆਪਾਂ ਸੋਲਿਡ ਕੰਡਕਟਰ ਕਹਿੰਦੇ ਹਾਂ। ਬਟ ਅਗਰ ਐਸ ਸ਼ੇਪ ਦੇ ਵਿੱਚ ਕੰਡਕਟਰ ਯੂਜ਼ ਕੀਤਾ ਹੋਵੇ ਉਹਨੂੰ ਆਪਾਂ ਸਟੈਂਡਰਡ ਕੰਡਕਟਰ ਕਹਿੰਦੇ ਹਾਂ। ਕੀ ਹੁੰਦਾ ਦੇਖੋ, ਸਟੈਂਡਰਡ ਕੰਡਕਟਰਸ ਆਰ ਵੈਰੀ ਮੱਚ ਪਪੂਲਰ ਇਨ ਇਲੈਕਟ੍ਰੀਕਲ ਪਾਵਰ ਸਿਸਟਮ ਫॉर ट्रांसमिशन डिस्ट्रीब्यूशन लाइन। A standard conductor consists of several thin wires of small cross sectional area called standards as shown in figure below। ਕਹਿੰਦਾ ਵੀ ਹੁਣ ਆਪਾਂ ਇੱਕ ਸੋਲਿਡ ਕੰਡਕਟਰ ਮਤਲਬ ਇੱਕ ਅੱਧਾ ਇੰਚੀ ਦਾ ਇੱਕ ਸੋਲਿਡ ਕੰਡਕਟਰ ਲੈਣਾ, ਉਹਦੀ ਜਗ੍ਹਾ 'ਤੇ ਆਪਾਂ ਅੱਧੇ ਇੰਚੀ ਦੀ ਬਜਾਏ ਉਸ ਡਾਇਆਮੀਟਰ ਆਪਾਂ ਅੱਧਾ ਇੰਚੀ ਰੱਖਾਂਗੇ, ਬਟ ਉਸ ਕੰਡਕਟਰ ਨੂੰ ਛੋਟੇ ਛੋਟੇ ਕੰਡਕਟਰ ਦੇ ਵਿੱਚ ਕਨਵਰਟ ਕਰਕੇ ਉਹਦੀ ਸਪਾਇਰਲ ਕਰਕੇ ਉਹਨੂੰ ਆਪਾਂ ਯੂਜ਼ ਕਰਾਂਗੇ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਦਿਸ ਇਜ਼ ਦਾ ਸਟੈਂਡਰਡ ਕੰਡਕਟਰ। ਹੁਣ ਸਾਹਮਣੇ ਦੇਖੋ ਫਿਗਰ ਦਿਖਾਈ ਹੈ, ਸਟੀਲ ਸਟੈਂਡ ਸੈਂਟਰ ਦੇ ਵਿੱਚ ਇੱਕ ਸਟੀਲ ਹੈਗਾ ਕੰਡਕਟਰ, ਅਤੇ ਆਲੇ ਦੁਆਲੇ ਜਿਹੜੇ ਆ ਉਹਦੇ 3 ਤੋਂ 6 ਕੰਡਕਟਰਸ ਜਿਹੜੇ ਦੇਖੋ ਐਲੂਮੀਨੀਅਮ ਸਟੈਂਡ ਹੈ। ਇਹ ਬਣ ਗਿਆ ਇੱਕ ACSR ਕੰਡਕਟਰ। ਹੁਣ ACSR ਕੰਡਕਟਰ ਕਿਉਂ ਨਾਮ ਕਹਿੰਦੇ, ਦੇਖੋ ਸਾਈਡਾਂ 'ਤੇ ਐਲੂਮੀਨੀਅਮ ਅਤੇ ਸੈਂਟਰ 'ਚ ਸਟੀਲ, ਇਹ ਬਣ ਗਿਆ ਐਲੂਮੀਨੀਅਮ ਕੋਰ ਸਟੀਲ ਰੇਨਫੋਰਸਡ ਕੰਡਕਟਰ। ਐਲੂਮੀਨੀਅਮ ਕੰਡਕਟਰ ਸਟੀਲ ਰੇਨਫੋਰਸਡ ਕੰਡਕਟਰ ਬਣ ਗਿਆ ਹੈ।
ਹੁਣ ਦੇਖੋ ਕਹਿੰਦਾ ਐਜ਼ ਸ਼ੋਨ ਇਨ ਫਿਗਰ ਇਨ ਪ੍ਰੀਵੀਅਸ ਸਲਾਈਡ। ਹੁਣ ਜਿਹੜੀ ਆਪਾਂ ਪਹਿਲਾਂ ਸਲਾਈਡ ਵੀਡੀਓ ਦੇਖੀ ਆ ਉਹਦੇ 'ਚ ਜੋ ਡਾਇਗਰਾਮ ਬਣੀ ਆ ਉਹਨੂੰ ਵਿੱਚ ਕਹਿੰਦਾ ਕੀ ਕਹਿੰਦਾ, ਐਟ ਦਾ ਸੈਂਟਰ ਆਫ ਦਾ ਸਟੈਂਡਰਡ ਕੰਡਕਟਰ ਵੀ ਆਰ ਯੂਜ਼ਿੰਗ ਸਟੀਲ ਕੰਡਕਟਰ ਵਿਚ ਪ੍ਰੋਵਾਈਡ ਦਾ ਹਾਈ ਟੈਂਸਾਈਲ ਸਟਰੈਂਥ। ਮਤਲਬ ਸਟੀਲ ਨੂੰ ਕੰਡਕਟਰ ਦੇ ਵਿੱਚ ਹਾਈ ਟੈਂਸਾਈਲ ਸਟਰੈਂਥ ਦੇਣ ਲਈ ਆਪਾਂ ਸਟੀਲ ਸੈਂਟਰ ਵਿੱਚ ਯੂਜ਼ ਕੀਤੀ। ਤੇ ਇਨ ਦਾ ਆਊਟਰ ਲੇਅਰਸ ਆਫ ਦਾ ਸਟੈਂਡਰਡ ਕੰਡਕਟਰ ਵੀ ਯੂਜ਼ ਐਲੂਮੀਨੀਅਮ ਕੰਡਕਟਰਸ। ਤੇ ਉਹਦੀ ਬਾਹਰਲੀ ਲੇਅਰ ਦੇ ਵਿੱਚ ਆਪਾਂ ਕਹਿੰਦਾ ਐਲੂਮੀਨੀਅਮ ਕੰਡਕਟਰ ਯੂਜ਼ ਕੀਤੇ ਵਿਚ ਪ੍ਰੋਵਾਈਡ ਦਾ ਕੰਡਕਟਿਵਿਟੀ ਟੂ ਸਟੈਂਡਰਡ ਕੰਡਕਟਰ। ਹੁਣ ਮਤਲਬ ਸਟੀਲ ਜਿਹੜਾ ਆ ਉਹ ਸਿਰਫ ਉਹਨੂੰ ਮਕੈਨੀਕਲੀ ਸਟਰੋਂਗ ਕਰਨ ਲਈ ਯੂਜ਼ ਕੀਤਾ ਜਾਂਦਾ ਹੈਗਾ, ਤੇ ਜਿਹੜੇ ਸਾਈਡਾਂ ਦੇ ਐਲੂਮੀਨੀਅਮ ਕੰਡਕਟਰਸ ਆ ਉਹ ਕੰਡਕਟਿਵਿਟੀ ਵਾਸਤੇ ਯੂਜ਼ ਕੀਤੇ ਜਾਂਦੇ ਹੈਗੇ ਇਹਨਾਂ ਕੰਡਕਟਰ ਦੇ ਵਿੱਚ, ਸਟੈਂਡਰਡ ਕੰਡਕਟਰਸ ਦੇ ਵਿੱਚ। ਕਹਿੰਦਾ ਫੈਕਟਸ ਅਬਾਊਟ ਸਟੈਂਡਰਡ ਕੰਡਕਟਰਸ, ਕਿਹੜੇ ਕਿਹੜੇ ਫੈਕਟਸ ਹੈਗੇ ਆ ਇਹਦੇ ਵਿੱਚ। ਨੰਬਰ 1 ਤੇ ਦੇਖੋ, ਦ ਸਟੈਂਡਰਡ ਕੰਡਕਟਰ ਇਜ਼ ਹੈਵਿੰਗ ਸਫੀਸ਼ੀਐਂਟ ਫਲੈਕਸੀਬਿਲਿਟੀ। ਹੁਣ ਇੱਕ ਸੋਲਿਡ ਸਰੀਆ ਆ, ਮੰਨ ਲਓ 1 ਇੰਚ ਮੋਟਾ ਸਰੀਆ, ਅਗਰ ਆਪਾਂ ਉਹਨੂੰ ਮੋੜਨਾ ਹੋਵੇ ਜਾਂ ਉਹਦੀ ਰਿੰਗ ਬਣਾਉਣਾ ਹੋਵੇ ਤਾਂ ਸਾਨੂੰ ਛੈਣੀ ਥੋੜਿਆਂ ਨਾਲ ਜਾਂ ਥੋੜਿਆਂ ਨੂੰ ਵਿੰਗਾ ਕਰਨਾ ਪੈਂਦਾ। ਪਰ ਉਹਦੀ ਜਗ੍ਹਾ 'ਤੇ ਇੱਕ ਫਲੈਕਸੀਬਿਲਿਟੀ ਜਿਹੜੀ ਤੁਸੀਂ ਤਾਰ ਲੈਂਦੇ ਆ, ਜਿਹਨੂੰ ਸਟੀਲ ਵਾਇਰ ਕਹਿੰਦੇ ਆਪਾਂ, ਸਟੀਲ ਵਾਇਰ ਮਤਲਬ ਜਿੱਦਾਂ ਸਟੈਂਡਰਡ ਕੰਡਕਟਰ ਹੋਊਗਾ ਤਾਂ ਉਹਦੀ ਫਲੈਕਸੀਬਿਲਿਟੀ ਜ਼ਿਆਦਾ ਹੋਊਗੀ। ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਕੰਡਕਟਰਸ ਆਪਾਂ ਯੂਜ਼ ਕਰਦੇ ਹਾਂ ਟਰਾਂਸਮਿਸ਼ਨ ਲਾਈਨ ਦੇ ਵਿੱਚ, ਤੁਸੀਂ ਇੱਕ ਰੋਲਸ ਦੇ ਵਿੱਚ ਰੋਲ ਬਣਾਇਆ ਹੁੰਦਾ ਉਹਦਾ। ਹੁਣ ਜੇ ਉਹੀ ਜਿਹੜਾ ਰੋਲ ਬਣਦਾ ਆ ਕਿਉਂਕਿ ਉਹਦੀ ਫਲੈਕਸੀਬਿਲਿਟੀ ਬਣ ਗਈ, ਅਗਰ ਉਹੀ ਕੰਡਕਟਰ ਸੋਲਿਡ ਹੁੰਦਾ ਤਾਂ ਆਪਾਂ ਉਹਦਾ ਰੋਲ ਬਣਾ ਹੀ ਨਹੀਂ ਸਕਦੇ ਸੀਗੇ, ਤੇ ਸਾਨੂੰ ਟਰਾਂਸਮਿਸ਼ਨ ਦੇ ਵਿੱਚ ਬੜੀ ਪ੍ਰੋਬਲਮ ਹੈ। ਈਵਨ ਉਹਨੂੰ ਫਿਕਸਿੰਗ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ, ਬੈਂਡ ਦੇਣੇ ਹੁੰਦੇ ਬੜੇ ਔਖੇ ਹੁੰਦੇ। ਇਸ ਕਰਕੇ ਜਿਹੜਾ ਸਟੈਂਡਰਡ ਕੰਡਕਟਰ ਉਹਦਾ ਇੱਕ ਸਭ ਤੋਂ ਵੱਡਾ ਫੈਕਟਰ ਕੀ ਆ ਕਿ ਉਹਦੇ ਵਿੱਚ ਫਲੈਕਸੀਬਿਲਿਟੀ ਹੁੰਦੀ ਆ, ਵਿਚ ਮੇਕਸ ਸਟੈਂਡਰਡ ਕੰਡਕਟਰ ਸੂਟੇਬਲ ਟੂ ਬੀ ਕੁਆਇਰਡ ਈਜ਼ੀਲੀ ਟੂ ਟਰਾਂਸਪੋਰਟ ਇਟ ਓਵਰ ਲੌਂਗ ਡਿਸਟੈਂਸਿਸ। ਕਹਿੰਦਾ ਸਿਰਫ ਉਹਦੀ ਫਲੈਕਸੀਬਿਲਿਟੀ ਸਾਨੂੰ ਕੀ ਮਦਦ ਕਰਦੀ ਆ ਕਿ ਆਪਾਂ ਉਹਨੂੰ ਕੁਆਇਲ ਬਣਾ ਸਕਦੇ ਹਾਂ, ਫੋਲਡ ਕਰ ਸਕਦੇ ਹਾਂ ਤੇ ਉਹਨੂੰ ਟਰਾਂਸਪੋਰਟ ਕਰ ਸਕਦੇ ਹਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਆਰਾਮ ਨਾਲ। ਕਹਿੰਦਾ ਫॉर ए स्टैंडर्ड कंडक्टर ऑफ सेम क्रॉस सेक्शन एरिया द फ्लैक्सीबिलिटी ऑफ कंडक्टर इंक्रीजेज विद इंक्रीज ऑफ नंबर ऑफ स्टैंडर्ड इन कंडक्टर। हुण मतलब जे कहंदा सपोज करो आपां 1 इंच का स्टैंडर्ड कंडक्टर लेने तो वो आपां एक लेयर बनाने, सिर्फ एक लेयर मतलब एक सेंटर वाला कंडक्टर हो गया, एक वो उत्ते लेयर बनाइए तो सानू जिहड़े इंटरनल वो कंडक्टर्स ने उन्हां दा डायमीटर जिहड़ा वड्डा करना पेगा। पर कहंदा अगर वही डायमीटर छोटा करके आप नंबर ऑफ लेयर्स बढ़ा दिए तो साढ़े उस कंडक्टर में होर ज़्यादा फ्लैक्सीबिलिटी जी बन जाती हैगी। मतलब फैक्टर्स ने ये जो आप पढ़ रहे हैं। तीजा पॉइंट की कहता द स्टैंडर्ड कंडक्टर्स आर फॉर्म्ड बाय ट्विस्टिंग द स्ट्रैंड टुगैदर इन लेयर्स। मतलब आप एक सिंगल कंडक्टर लेने तो 6 लेयर्स बनाने, उस तो बाद उन्होंने आप ट्विस्ट कर देने इकट्ठिਆਂ ਨੂੰ, ਸਾਰੇ ਕੰਡਕਟਰਸ ਨੂੰ ਇਕੱਠਿਆਂ ਨੂੰ ਟਵਿਸਟ ਕਰ ਦਿੰਦਾ, ਉਹ ਬਣ ਜਾਂਦਾ ਇੱਕ ਸਟੈਂਡਰਡ ਕੰਡਕਟਰ। ਕਹਿੰਦਾ ਦ ਸਟੈਂਡਰਡਸ ਆਫ ਈਚ ਲੇਅਰ ਆਰ ਲੇਡ ਇਨ ਸਪਾਇਰਲ ਫੈਸ਼ਨ, ਮਤਲਬ ਓਵਰ ਦਾ ਪ੍ਰੋਸੀਡਿੰਗ ਲੇਅਰ। ਹੁਣ ਪਹਿਲਾਂ ਇੱਕ ਲੇਅਰ ਬਣਾਈ, ਉਹ ਤੋਂ ਬਾਅਦ ਦੂਜੀ ਲੇਅਰ ਜਦੋਂ ਬਣਾਉਣੀ ਆ ਉਹ ਫਿਰ ਸਪਾਇਰਲ ਮਤਲਬ ਰੱਸੀ ਟਾਈਪ, ਜਿੱਦਾਂ ਆਪਾਂ ਰੱਸੀ ਬਣਾਈ ਦੀ ਆ ਉਸ ਟਾਈਪ ਨਾਲ ਆਪਾਂ ਜਿਹੜਾ ਇਹਨੂੰ ਮਤਲਬ ਬਣਾਉਂਦੇ ਹੈਗੇ ਆ। ਦਾ ਪ੍ਰੋਸੈਸ ਇਜ਼ ਕਾਲਡ ਸਟੈਂਡਿੰਗ। ਇਸ ਪ੍ਰੋਸੈਸ ਨੂੰ ਆਪਾਂ ਸਟੈਂਡਿੰਗ ਕਰਨਾ ਮਤਲਬ ਸਟੈਂਡਰਡ ਬਣਾਉਣਾ। ਜਨਰਲੀ तीजा पंजवा पॉइंट जनरली इन सक्सेसिव लेयर्स द स्टैंडिंग इज डन इन ऑपोजिट डायरेक्शन। हुण देखो ये लाइन तो है ना, जनरली इन सक्सेसिव लेयर द स्टैंडिंग इज डन इन ऑपोजिट डायरेक्शन टू प्रोसीडिंग लेयर्स। मतलब एक लेयर चढ़ाई उस जो दूजी लेयर चढ़ानी है तो वह आप ऑपोजिट डायरेक्शन के चढ़ानी है। दिस मीनस कहता इफ द स्टैंड्स ऑफ वन लेयर आर ट्विस्टेड इन क्लॉकवाइज डायरेक्शन द स्टैंड ऑफ नैक्सट लेयर विल बी ट्विस्टेड इन एंटी क्लॉकवाइज डायरेक्शन। जे एक कंडक्टर एक लेयर में आप क्लॉकवाइज डायरेक्शन घुमाया तो जो वो दूजी लेयर चढ़ानी है तो उन्होंने एंटी क्लॉकवाइज डायरेक्शन घुमा के वो चढ़ाना है। द स्टैंड्स ऑफ नैक्सट लेयर विल बी ट्विस्टेड इन एंटी क्लॉकवाइज डायरेक्शन एंड सो ऑन जिन्नियां भी एक्स इज नंबर ऑफ लेयर्स इन जिन्नियां भी लेयर्स बनानी एक दूजे के ऑपोजिट साइड से आप स्पाइरल करके चढ़ानी है। इस तरह की डिजाइनिंग की जाती है। 6वां पॉइंट कहता जनरली द टोटल नंबर ऑफ स्टैंड्स इन एनी कंडक्टर इज गिवन बाय द फार्मूला ऑफ किदा की है। देखो द टोटल नंबर ऑफ स्टैंड्स इन एनी कंडक्टर, किसी भी कंडक्टर टोटल नंबर ऑफ स्टैंड्स किन्ने कहता n नंबर ऑफ स्टैंड्स इक्वल टू 3x² माइनस 3x प्लस 1। हुण मान लो कहता अगर आप कंडक्टर लेना एक, अगर सॉरी लेयर हैगी एक तो नंबर ऑफ कंडक्टर्स किन्ने होणगे। हुण वट इज x, देखो थले पढ़ो वेयर n इज टोटल नंबर ऑफ स्टैंड्स एंड x इज द नंबर ऑफ लेयर्स इन स्टैंडर्ड कंडक्टर, नंबर ऑफ लेयर्स। हुण मान लो आप
नंबर ऑफ लेयर है 1 दैट इज़ एक्स की वैल्यू होगी 1 तो किन्ने स्टैंड्स होंगे देखो इस फार्मूले वैल्यू आप पुट करते हैं हुण n इक्वल टू 1 सॉरी n इक्वल टू 3 एक्स की वैल्यू कितनी है 1 n इक्वल टू 3 एक्स स्केयर मीनस 1 स्केयर माइनस 3x मीनस x इंटू 1 प्लस 1 देखो 3 एक्स स्केयर है ना होने च वैल्यू हैगी 1 एक ना रह गया 3 क्योंकि 1 का स्केयर भी 1 रहना इसका क्या बन गया 3 माइनस 3 इंटू एक्स मीनस 1 ये बन गया 3 माइनस 3 प्लस 1 3 ना 3 कैंसल हो गया रह गया 1 ਇਹਦਾ मतलब अगर नंबर ऑफ लेयर्स 1 हो तो टोटल स्टैंड्स कितने होंगे एक सिर्फ सेंटर वाला अगे आप होर डिस्कस करते हैं हुण देखो 7वां पॉइंट जनरली द डायमीटर ऑफ कंडक्टर कैन बी कैलकुलेटेड बाय यूजिंग द फार्मूला हुण डायमीटर कंडक्टर टोटल कंडक्टर जिहड़ा मतलब टोटल स्टैंड नहीं टोटल कंडक्टर का कितना डायमीटर होना कैपिटल डी इक्वल टू 2x माइनस 1 इंटू स्मॉल डी हुण कैपिटल डी इज़ द डायमीटर ऑफ कंडक्टर तो स्मॉल डी इज़ डायमीटर ऑफ ईच स्टैंड एक स्टैंड का डायमीटर स्मॉल डी आ तो टोटल कंडक्टर का जो डायमीटर कितना बनूगा डी दैन डी इक्वल टू 2 हुण व्हाट इज एक्स इज नंबर ऑफ कंडक्टर्स एक्स किया नंबर ऑफ लेयर्स एक्स किया नंबर ऑफ लेयर्स हुण डी इक्वल टू हुण देखो ब्रैकेट बंद आ 2x माइनस 1 इंटू डी हुण अगर आप इन्हों देखा जाए तो एक्स की है नंबर ऑफ लेयर्स अगर एक नंबर ऑफ लेयर हो तो की बनूगा 2 माइनस 1 कितना गया 1 हुण एक्स की वैल्यू 1 है ना 2 इंटू 1 रह गया 2 रह गया 2 माइनस 1 फिर 1 रह गया 1 इंटू डी स्मॉल डी रह गया यदा मतलब कहता कि अगर कंडक्टर जो स्टैंडर्ड कंडक्टर उसकी लेयर एक आ तो जोड़ा कंडक्टर का डाया है टोटल कंडक्टर का डाया जोड़ा वो एक स्टैंड के बराबर होगा देखो जो आप पहला पढ़िया सी एन की वैल्यू 1 सी जो नंबर ऑफ लेयर्स जड़ियाँ 1 सीगियां 1 मीनस सेंटर वाल यदा मतलब जे एक लेयर आ तो सिर्फ डी जी टोटल डाया जो स्मॉल डाए दे मीनस जो स्टैंडर्ड के बराबर होगा हुण थले टेबल है टेबल के वैल्यू देखो आप पहला सीरियल नंबर 1 जिदा नंबर ऑफ लेयर्स कितनी एक्स इक्वल टू 1 टोटल नंबर ऑफ स्टैंड एन इक्वल टू नंबर देखो ये भरिया वैल्यू भरी 3x स्क्वायर मैंने 3x प्लस 1 ये 1 रह गया मतलब टोटल नंबर ऑफ स्टैंड्स मतलब छोटे कंडक्टर जोड़े किन्ने होंगे अगर लेयर एक होगी तो एक ही होएगा डायमीटर ऑफ कंडक्टर डी फार्मूला है डी कैपिटल डी इक्वल टू ब्रैकेट के 2x माइनस 1 इंटू डी हुण ये देखो फिर एक्स की वैल्यू कितनी है 1 एक्स की वैल्यू कितनी है 1 इस करके डी कैपिटल डी जो स्मॉल डी के बराबर होगा तो इस इहो जे कंडक्टर की क्रॉस सैक्शनल एरिया कितना होगा देखो सिंगल कंडक्टर क्योंकि है ही कंडक्टर एक सी लेयर एक आ हुण नंबर ऑफ सीरियल नंबर 2 हुण नंबर ऑफ लेयर्स एक्स कितनियां बन गई 2 नंबर ऑफ लेयर्स कितनियां हो गई 2 हुण एन इक्वल टू के बराबर है देखो एन दे वैल्यू पुट करो 3 2 स्केयर माइनस 3 इंटू 2 प्लस 1 हुण 3 इंटू 2 स्केयर कितना बन गया 2 की वैल्यू 2 की पावर 2 कितनी होगी 4 गुणा 3 बन गया 12 4 गुणा 3 12 माइनस 2 12 चो 6 कटे 12 चो 6 कटे कितने रह गए 6 प्लस 1 कितने हो गए 7 इस करके कंडक्टर कितने बन गए 7 देखो टोटल नंबर ऑफ स्टैंड्स मतलब जे लेयर्स 2 हो गई तो छोटे छोटे कंडक्टर अगर तो इस ध्यान देखो साइड से बिल्कुल राइट साइड से फिगर बनी तो टोटल कंडक्टर्स कितने होंगे 6 देखो 2 एक सेंटर वाला हो गया 1 2 3 4 5 6 कंडक्टर्स है टोटल नंबर कितने हो गए टोटल नंबर कितने हो गए 7 इस पूरे कंडक्टर का डायमीटर कितना होगा फार्मूला है कैपिटल डी इक्वल टू 2x माइनस 1 ब्रैकेट के स्मॉल डी हुण ये कितना होगा देखो स्मॉल डी कोई भी आप मानता एग्जाम्पल है कोई जिन्ना भी आप बनाया वो स्मॉल डी सीगा तो नंबर ऑफ लेयर्स हैगियां कितनियां 2 हुण 2 गुणा 2 4 माइनस 1 3 3D मतलब जो टोटल स्टैंडर्ड कंडक्टर का डायमीटर होगा जो कंडक्टर का तो जिन्ना एक स्टैंड का डायमीटर अगर हम 3 ना मल्टीप्लाई कर दिए तो वह उस कंडक्टर का डायमीटर होगा जोड़ा आप टोटल कंडक्टर लिया ठीक है हुण ये देखो बड़ा सिंपल जहा सीगा कि एन की है एन है टोटल नंबर ऑफ कंडक्टर्स तो एक्स की है नंबर ऑफ लेयर्स ऑफ द कंडक्टर स्टैंडर्ड कंडक्टर जोड़ा तो डी की है डायमीटर ऑफ सिंगल स्टैंड डी कैपिटल डी टोटल डायमीटर स्मॉल डी सिंगल स्टैंड डायमीटर एक्स है नंबर ऑफ लेयर्स तो एन की वैल्यू की है एन इज़ द नंबर ऑफ स्टैंडर्ड इन पर्टिकुलर कंडक्टर किन्ने कंडक्टर के स्टैंडर्ड्स है इस तरह ये कंडक्टर्स जोड़े आप यूज़ कर सकते हैं मोस्टली आप ACSR कंडक्टर्स यूज़ करते हैं
ਜਾਂ ਆਪਾਂ ਸਟੈਂਡਰਡ ਕੰਡਕਟਰ। ਸੋਲਿਡ ਕੰਡਕਟਰ ਬਹੁਤ ਘੱਟ ਯੂਜ਼ ਕੀਤਾ ਜਾਂਦਾ ਹੈਗਾ। ਜੇ ਸੋਲਿਡ ਕੰਡਕਟਰ ਯੂਜ਼ ਕਰਦੇ ਵੀ ਹਾਂ ਤਾਂ ਸਮੋਲ ਵਾਈਂਡਿੰਗ ਆਪਣਾ ਵਾਇਰਿੰਗਸ ਦੇ ਵਿੱਚ, ਘਰਾਂ ਦੀ ਵਾਇਰਿੰਗ ਦੇ ਵਿੱਚ ਐਜ਼ ਏ ਅਰਥ ਵਾਇਰ ਜਿਹੜੀ ਆਪਾਂ ਯੂਜ਼ ਕਰਦੇ ਹਾਂ ਉਹ ਸੋਲਿਡ ਜਾਂ ਰਿਜਿਡ ਵਾਇਰ ਜਿਹੜੇ ਯੂਜ਼ ਕਰਦੇ ਹਾਂ। ਬਾਕੀ ਸਾਰੇ ਤਕਰੀਬਨ ਆਪਾਂ ਸਟੈਂਡਰਡ ਕੰਡਕਟਰਸ ਹੀ ਯੂਜ਼ ਕਰਦੇ ਹਾਂ, ਮਤਲਬ ਸਪਾਇਰਲ ਟਾਈਪ। ਤੁਸੀਂ ਘਰ ਵੀ ਆਪਾਂ ਦੇਖੋ ਅੱਜ ਕੱਲ੍ਹ ਆਟੋ ਵਾਇਰਿੰਗ ਚੱਲਦੀ ਆ, ਆਟੋ ਸਾਈਜ਼ ਚੱਲਦੇ ਆ MM ਦੇ ਵਿੱਚ, 1 mm ਦੀ ਵਾਇਰ, 2 mm ਦੀ, 3 mm ਦੀ। ਤੁਸੀਂ ਦੇਖੋਗੇ ਉਹ 1 mm ਦਾ ਮਤਲਬ ਨਹੀਂ ਕਿ 1 mm ਦਾ ਡਾਇਆ ਪੂਰਾ ਇੱਕ ਡਾਇਆ, ਉਹ 1 mm ਨੂੰ ਸਮੋਲ ਕੰਡਕਟਰਸ ਦੇ ਵਿੱਚ ਕਨਵਰਟ ਕਰਕੇ ਉਹਦਾ ਸਟੈਂਡ ਬਣਾਇਆ ਹੁੰਦਾ, ਉਹ ਸਟੈਂਡਰਡ ਕੰਡਕਟਰਸ ਕਹਿੰਦੇ ਉਹਨੂੰ ਆਪਾਂ ਜਿਹੜੇ ਨਾ। ਤੇ ਉਹ ਦੇਖੋ ਇਸੇ ਕਰਕੇ ਉਹਨਾਂ 'ਚ ਫਲੈਕਸੀਬਿਲਿਟੀ ਹੁੰਦੀ ਆ। ਪਾਈਪਾਂ ਦੇ ਵਿੱਚੋਂ ਆਪਾਂ ਆਰਾਮ ਨਾਲ ਲਗਾ ਦਈਦਾ, ਇੱਧਰੋਂ ਉੱਧਰੋਂ ਕੰਡਕਟਰ ਨੂੰ ਲਗਾਓ, ਕੋਈ ਪ੍ਰੋਬਲਮ ਨਹੀਂ। ਇਹ ਅਗਰ ਆਪਾਂ ਸੋਲਿਡ ਕੰਡਕਟਰ ਪਾਈਪਸ ਦੇ ਵਿੱਚੋਂ ਲਗਾਉਣਾ ਹੋਵੇ ਤਾਂ ਸਾਨੂੰ ਬੜੀ ਮੁਸ਼ਕਿਲ ਆਉਂਦੀ ਆ। ਇਸ ਕਰਕੇ ਟਰਾਂਸਮਿਸ਼ਨ ਲਾਈਨ ਦੇ ਵਿੱਚ ਵੀ ਆਪਾਂ ਸੋਲਿਡ ਕੰਡਕਟਰਸ ਨਹੀਂ ਯੂਜ਼ ਕਰਦੇ, ਉਹਦੀ ਜਗ੍ਹਾ 'ਤੇ ਆਪਾਂ ਸਟੈਂਡਰਡ ਕੰਡਕਟਰਸ ਯੂਜ਼ ਕਰਦੇ ਹਾਂ। ਅਤੇ ਉਹ ਜਿਹੜੇ ਸਟੈਂਡਰਡ ਕੰਡਕਟਰਸ ਆ ਉਹਦੇ ਵਿੱਚ ਆਪਾਂ ਜ਼ਿਆਦਾਤਰ ਕੀ ਮੋਸਟਲੀ ਜਿਹੜੀ ਆ ACSR ਕੰਡਕਟਰ ਜਿਹੜੇ ਯੂਜ਼ ਕਰਦੇ ਹਾਂ। ਐਲੂਮੀਨੀਅਮ ਕੰਡਕਟਰ, ਸਟੀਲ ਰੇਨਫੋਰਸਡ ਸਟੀਲ, ਉਹਦੀ ਮਕੈਨੀਕਲ ਸਟਰੈਂਥ ਇਨਕਰੀਜ਼ ਕਰ ਲਈ, ਅਤੇ ਜਿਹੜਾ ਐਲੂਮੀਨੀਅਮ ਉਹਦੀ ਕੰਡਕਟਿਵਿਟੀ ਜਿਹੜੀ ਆ ਉਹਨੂੰ ਮੇਨਟੇਨ ਰੱਖਣ ਲਈ ਆਪਾਂ ਇਹ ਕੰਡਕਟਰ ਜਿਹੜੇ ਯੂਜ਼ ਕਰਦੇ ਹੈਗੇ ਆ। ਥੈਂਕ ਯੂ ਵੈਰੀ ਮੱਚ।